अस्सलाम वालेकुम नाज़रीन। चाचा भतीजा ਦੇ ਇੱਕ ਨਵੀਂ ਐਪੀਸੋਡ ਦੇ ਨਾਲ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਤੇ ਮੇਰੇ ਨਾਲ ਚਾਚਾ ਜੀ। ਓ ਸਲਾਮ ਅਲੈਕੁਮ ਜੀ, ਸਲਾਮ ਅਲੈਕੁਮ। ਚਾਚਾ ਜੀ ਕੀ ਬੜੇ ਉਦਾਸ ਹੋਏ ਹੋ ਅੱਜ? ਯਾਰ ਅੱਜ ਵਾਕਈ ਮੈਂ ਉਦਾਸ ਹੋਇਆ ਕੀ ਚਾਚਾ ਜੀ? ਯਾਰ ਕਾਮੇਡੀ ਦੀ ਦੁਨੀਆ ਦਾ ਬਾਦਸ਼ਾਹ ਓਹੋ ਅਮਾਨੁੱਲਾ ਮਾਨਲਾ ਸਭ ਯਾਦ ਆ ਹਾਏ ਰਿਹਾ। ਹਾਏ ਹਾਏ ਯਾਰ ਐਸਾ ਭਾਈ ਹੋਇਆ, ਇੰਨਾ ਹਸਾਇਆ ਉਹਨੇ ਹਸਾਇਆ ਆਵਾਮ ਨੂੰ, ਇੰਨੀ ਖਿਦਮਤ ਕੀਤੀ ਹੈ ਕਿ ਮੈਂ ਕਹਿੰਦਾ ਇਹੋ ਜਿਹਾ ਬੰਦਾ ਫੇਰ ਨਹੀਂ ਆ ਸਕਦਾ। ਇਹ ਤੇ ਬਿਲਕੁਲ ਸਹੀ ਕਿਹਾ ਤੁਸੀਂ। ਔਰ ਇਹ ਸਾਡੇ ਵਾਸਤੇ ਬਹੁਤ ਵੱਡਾ ਅਲਮੀਆ, ਐਡਾ ਵੱਡਾ ਫਨਕਾਰ ਜਿਹੜਾ ਉਹ ਅੱਜ ਸਾਡੇ 'ਚ ਮੌਜੂਦ ਨੇ। ਵੇ ਨਾ ਹਾਸੇ ਤੇ ਪਹਿਲਾਂ ਹੀ ਅਸੀਂ ਭੁੱਲ ਗਏ ਹੱਸਣਾ। ਅਸੀਂ ਨਿੱਕੀਆਂ ਟੈਨਸ਼ਨਾਂ 'ਚ ਐਸੇ ਪਏ ਆ, ਅਸੀਂ ਗੱਲਾਂ 'ਚ ਹੱਸਦੇ ਹੀ ਨਹੀਂ। ਤੇ ਇੱਕ ਐਸਾ ਬੰਦਾ ਜਿਹੜਾ ਸਾਨੂੰ ਉਹਨਾਂ ਪਰੇਸ਼ਾਨੀਆਂ 'ਚੋਂ ਕੱਢਦਾ ਹੁੰਦਾ ਸੀ, ਉਹ ਅੱਜ ਆਪ ਹੀ ਇਸ ਦੁਨੀਆ ਤੋਂ ਤੁਰ ਗਿਆ। ਪਰ ਉਹ ਜਾ ਨਹੀਂ ਸਕਦਾ। ਨਹੀਂ ਚਾਚਾ ਉਹ ਹਾਸੇ ਜ਼ਿੰਦਾ ਰਹਿਣਾ, ਉਹਦੇ ਹਾਸੇ ਜ਼ਿੰਦਾ ਰਹਿਣਗੇ ਹੈ ਜੀ। ਤੇ ਵੱਡਾ ਫਨਕਾਰ ਚਾਚਾ ਜੀ ਤੁਸੀਂ ਉਹਨਾਂ ਦਾ ਸਟੇਜ ਬੜਾ ਫੋਲੋ ਕਰਦੇ ਰਹੇ ਹੋ ਜਦੋਂ ਸ਼ੁਰੂ ਕੀਤਾ ਮੈਂ ਆਪਣਾ ਕੈਰੀਅਰ ਹੁਣ ਤੱਕ। ਤੁਹਾਨੂੰ ਉਹਨਾਂ ਦੇ ਡਰਾਮਿਆਂ ਦੀ ਮਤਲਬ ਦੱਸੋ ਕਿ ਕਿਰਦਾਰ ਨਗਾਰੀ ਕਿਸ ਤਰ੍ਹਾਂ ਕਰਦੇ ਸਨ ਤੇ ਕਿਸ ਤਰ੍ਹਾਂ ਲੋਕਾਂ ਨੂੰ ਫਿਲਮ ਵਧੀ? ਉਹ ਭਤੀਜਾ ਗੱਲ ਇਹ ਵੇ, ਮੈਂ ਉਹਦਾ ਬੜਾ ਡਰਾਮਾ ਵੇਖਿਆ। ਮੈਂ ਤਕਰੀਬਨ ਉਹਦੇ ਸਾਰੇ ਡਰਾਮੇ ਵੇਖੇ। ਅੱਛਾ। ਉਹ ਕਿਰਦਾਰ ਨਗਾਰੀ ਤੇ ਜਿਹੜੀ ਕਰਦਾ ਸੀ, ਕਿਰਦਾਰ ਨਗਾਰੀ 'ਚ ਬੜਾ ਮਾਸਟਰ ਸੀ। ਉਹ ਨਾਲ ਜਿਹੜਾ ਨਾ ਉਹ ਨੈਚੁਰਲ ਰਹਿੰਦਾ ਸੀ। ਅੱਛਾ। ਹਾਂਜੀ, ਜਿਸ ਤਰ੍ਹਾਂ ਉਹ ਹੈ ਨਾ ਉਸ ਤਰ੍ਹਾਂ ਹੀ। ਮਤਲਬ ਉਹਨੇ ਜਿਹੜਾ ਨਾਲ ਵਿੱਚ ਵਨ ਮੈਨ ਸ਼ੋਅ ਪਾ ਲੈਂਦਾ ਸੀ ਨਾ, ਉਹਨੂੰ ਲੋੜ ਹੀ ਨਹੀਂ ਸੀ ਦੂਜੇ ਆਰਟਿਸਟ ਦੀ। ਮੈਂ ਦੁਨੀਆ ਦਾ ਮੈਂ ਸਭ ਤੋਂ ਜ਼ਿਆਦਾ ਵਨ ਮੈਨ ਸ਼ੋਅ ਕਰਨ ਵਾਲਾ ਪਾਕਿਸਤਾਨੀ ਆਰਟਿਸਟ। ਓਹੋ, ਵਨ ਮੈਨ ਸ਼ੋਅ ਕਰਨ ਵਾਲਾ। ਔਰ ਉਹਨੇ ਤਕਰੀਬਨ 30 ਸਾਲ ਬ੍ਰੇਕ ਤੋਂ ਬਗੈਰ ਡੇਲੀ ਥੀਏਟਰ ਕੀਤਾ। ਬ੍ਰੇਕ ਨਹੀਂ ਲਈ, ਇੱਕ ਦਿਨ ਵੀ ਛੁੱਟੀ ਕੀਤੀ। ਅੱਛਾ ਅੱਛਾ। ਉਹਨੇ ਜਨਾਬ ਇਹ ਗੱਲ ਮੈਂ ਆਮ ਨਹੀਂ ਕਹਿ ਰਿਹਾ, ਇਹ ਗਿਨੀਜ਼ ਬੁੱਕ ਆਫ ਰਿਕਾਰਡ ਜਿਹੜੀ ਤੁਹਾਡੀ ਹਾਂ ਕਿਤਾਬ ਨਹੀਂ ਜਿਹੜੀ ਉਹਦੇ 'ਚ ਲਿਖੀ ਗੱਲ। ਅੱਛਾ। ਕਿ ਉਹਨੇ 30 ਸਾਲ ਛੁੱਟੀ ਨਹੀਂ ਕੀਤੀ। ਇੱਥੇ ਸਾਨੂੰ ਇਹ ਥੋੜਾ ਜਿਹਾ ਉਹਦਾ ਮਿਲ ਜਾਏ, ਅਸੀਂ ਐਵੇਂ ਛੁੱਟੀਆਂ ਤੇ ਚਲ ਜਾਂਦੇ ਹਾਂ। ਉਹ ਇੱਕ ਮਰਾਸੀ ਕਿਸੇ ਨੇ ਕਿਹਾ ਨਾ ਵੀ ਤੁਹਾਨੂੰ ਜੇ ਇੱਕ ਦਿਨ ਦੀ ਬਾਦਸ਼ਾਹਤ ਮਿਲ ਜਾਏ ਤੇ ਤੁਸੀਂ ਕੀ ਕਰੋਗੇ? ਅੱਛਾ। ਕਹਿੰਦਾ ਮੈਂ ਛੁੱਟੀ ਕਰ ਲਾਂਗਾ। ਸਾਨੂੰ ਮੌਕਾ ਮਿਲਣਾ ਚਾਹੀਦਾ। ਤੇ ਉਹਨੇ ਛੁੱਟੀ ਨਹੀਂ ਕੀਤੀ, ਉਹਨੇ ਖਿਦਮਤ ਸਮਝ ਕੇ ਆਵਾਮ ਨੂੰ ਹਸਾਇਆ। ਤੇ ਜਿੰਨੇ ਵੀ ਤੁਸੀਂ ਡਰਾਮੇ ਦੇਖੇ, ਵੀ ਸਾਨੂੰ ਇੱਕ ਦੋ ਡਰਾਮੇ ਦੱਸੋ ਜਿਹੜੇ ਤੁਸੀਂ ਬੜੇ ਮੁਤਾਸਰ ਹੋਏ ਹੋ। ਯਾਰ ਉਹਦਾ ਕੋਈ ਡਰਾਮਾ ਐਸਾ ਨਹੀਂ ਜਿਹਨੂੰ ਤੁਸੀਂ ਛੱਡ ਦਿਓ, ਲੇਕਿਨ ਉਹਦੇ ਜਿਹੜੇ ਆਵਾਮ ਨੇ ਬਹੁਤ ਪਸੰਦ ਕੀਤੇ ਨਾ ਡਰਾਮੇ। ਉਹਦੇ 'ਚ ਇੱਕ ਬਹੁਤ ਮਕਬੂਲ ਉੱਥੇ ਜਿੱਥੋਂ ਪਤਾ ਲੱਗਾ ਵੀ ਅਮਾਨੁੱਲਾ ਵੀ ਕੋਈ ਚੀਜ਼ ਹੈ। ਅੱਛਾ। ਉਹ ਡਰਾਮਾ ਸੀ ਸਿਕਸਰ। ਓਏ ਹੋਏ ਹੋਏ, ਇਹ ਕ੍ਰਿਕਟ ਖੇਡਦੇ ਨੇ ਸਿਕਸਰ। ਉਹ ਡਰਾਮੇ ਜਿਹੜੇ ਸਟੇਜ ਤੇ ਹੁੰਦੇ ਨੇ ਨਾ, ਉਹਦਾ ਨਾਂ ਜਿਹੜਾ ਹੁੰਦਾ ਨਾ ਉਹ ਜਿਹੜਾ ਹਾਸੇ ਹੂਸੇ ਵਾਲਾ ਹੀ ਹੁੰਦਾ, ਸਿਕਸਰ। ਤੇ ਉਹ ਸਿਕਸਰ ਉਹ ਤੇ ਚੁੱਕ ਕੇ ਸਿਕਸਰ ਮਾਰਦਾ ਸੀ। ਅੱਛਾ। ਫਿਰ ਤੈਨੂੰ ਹਾਸੇ ਵਾਲੀ ਗੱਲ ਇਹ ਵੇ ਵੀ ਜਿੰਨੇ ਕਾਮੇਡੀ ਆਰਟਿਸਟ ਨੇ ਸਾਰੇ ਉਹਦੇ ਖਿਲਾਫ ਹੁੰਦੇ ਸਨ। ਮਤਲਬ ਉਹ ਇੱਕ ਪਾਸੇ ਹੁੰਦੇ ਸਨ, ਅਮਾਨੁੱਲਾ ਇੱਕ ਪਾਸੇ ਹੁੰਦਾ ਸੀ, ਔਰ ਉਹ ਸਾਰੇ ਨਾਲ ਨਿਬੜਦਾ ਸੀ। ਅੱਛਾ। ਮਸਤਾਨਾ, ਬੱਬੂ ਬਰਾ, ਸੁਹੇਲ ਅਹਿਮਦ। ਉਹ ਸੁਹੇਲ ਅਹਿਮਦ ਤੇ ਉਹਦੇ ਹੱਥਾਂ ਦਾ ਬੱਚਾ ਹੈ ਨਾ ਵੀ ਸੁਹੇਲ ਸਾਹਿਬ ਨੂੰ ਤੇ ਉਹਨੇ ਆਪ ਆਪਣੇ ਉੱਤੇ ਜੁਗਤਾਂ ਲਵਾ ਕੇ ਤੇ ਉਹਨੂੰ ਇੱਕ ਵੱਡਾ ਆਰਟਿਸਟ ਬਣਾਇਆ। ਕੋਈ ਚੰਗਾ ਜਿਹਾ ਕੋਈ ਜੁਮਲਾ ਜਿਹੜਾ ਤੁਹਾਨੂੰ ਬੜਾ ਪਸੰਦ ਹੋਇਆ? ਓਏ ਯਾਰ ਉਹਦੀ ਵੇਖ ਨਾ, ਉਹਦੀ ਇੱਕ ਇੱਕ ਗੱਲ ਜਿਹੜੀ ਉਹਦੀ ਇੱਕ ਇੱਕ ਤੋਰਾ ਫੇਰਾ ਉਹ ਸਭ 'ਚ ਕਾਮੇਡੀ ਸੀ। ਅੱਛਾ। ਹੈ ਜੀ। ਇੱਕ ਆਰਟਿਸਟ ਨੇ ਉਹਨੂੰ ਕਹਿਤਾ ਐਵੇਂ ਜੁਗਤ ਲਾਤੀ। ਉਹ ਵਿਚਾਰਾ ਆਰਟਿਸਟ ਜਰਾ ਥੋੜਾ ਮਾੜਾ ਸੀ। ਉਹਨੂੰ ਕਹਿੰਦਾ ये सब तुम्हारा कर्म है आका के बात वहीं पे रुकी हुई है। ਉਹ ਮਤਲਬ ਵਿੱਚੋਂ ਗੱਲਾਂ ਦੇ ਵਿੱਚੋਂ ਗੱਲ ਕੱਢ ਲੈਂਦਾ ਸੀ। ਅੱਛਾ। ਔਰ ਮਸਤਾਨੇ ਨਾਲ ਉਹਦਾ ਜਿਹੜਾ ਮੈਚ ਪੈਂਦਾ ਸੀ ਨਾ, ਅੱਛਾ ਫਿਰ ਉਹਦੇ ਕੋਲ ਵੈਰਾਈਟੀ ਬੜੀ ਸੀ। ਠੀਕ ਹੈ। ਉਹ ਗੱਲ ਕਰਦਾ ਕਿਸੇ ਹੋਰ ਪਾਸੇ ਨਿਕਲ, ਮਸਲਾ ਉਹ ਗੱਲ ਕਰ ਰਿਹਾ ਤੇ ਗੱਲ ਕਰਦੇ ਨਾ ਥੱਲੇ ਜ਼ਮੀਨ ਤੇ ਬਹਿ ਗਿਆ। ਅੱਜ ਮੈਂ ਬਾਥਰੂਮ 'ਚ ਨਹੀਂ ਬੈਠਦਾ। ਉਹ ਮਸਤਾਨਾ ਕਹਿੰਦਾ ਇੰਜ ਨਾ ਬਹਿ। ਜਦੋਂ ਕਹਿੰਦਾ ਤੂੰ ਆਪਣੇ 3 ਰੁਪਏ ਲਾ, ਤੈਨੂੰ ਕੀ ਟੈਨਸ਼ਨ? ਉਹ ਬਾਹਰ ਹੁੰਦੇ ਨੇ। ਹਾਂ ਉਹ ਛੋਟਾ ਵੱਡਾ ਮਹਿੰਗਾਈ ਕਿੰਨੀ ਹੋ ਗਈ ਹੈ। ਉਦੋਂ ਇਹ ਗੱਲ ਕੋਈ 10-15 ਸਾਲ ਪਹਿਲਾਂ ਦੀ ਹੈ, ਜਦੋਂ ਬਾਹਰ ਛੋਟਾ 3 ਰੁਪਏ ਤੇ ਵੱਡਾ 5 ਰੁਪਏ। ਛੋਟਾ ਵੱਡੇ ਦੀ ਕੀ? ਓਏ ਇਹ ਅਦਬ ਦੀ ਗੱਲ ਹੁੰਦੀ ਹੈ। ਇਸ ਨਾਲ ਛੋਟਾ ਹੈ ਤਾਂ ਹੁਣ ਤੇ ਛੋਟੇ ਵੱਡੇ ਦਾ ਲਿਆ ਸੀ ਕੋਈ ਨਹੀਂ ਰਿਹਾ। ਛੋਟਾ ਵੀ 20 ਰੁਪਏ, ਵੱਡਾ ਵੀ 20। ਇਹ ਹੈ ਕੋਈ ਗੱਲ ਕਰਨਾ ਨਹੀਂ। ਅੱਛਾ ਤੁਸੀਂ ਉਹਨਾਂ ਦੇ ਵਨ ਮੈਨ ਸ਼ੋਅ ਦੇ ਮਤਲਬ ਦੱਸੋਗੇ? ਉਹ ਇਮਰਾਨ ਉਹ ਜਿਹੜਾ ਨਾ ਜਿਸ ਤਰ੍ਹਾਂ ਪੰਜਾਬ ਦੇ ਲਹਿਜੇ ਨੇ ਪੰਜਾਬੀ, ਉਹਨੂੰ ਇੰਨੇ ਕੁ ਪਤਾ ਸਨ। ਉਹਦਾ ਮੁਸ਼ਾਹਿਦਾ ਬਹੁਤ ਸੀ ਹੈ ਜੀ। ਗਰੀਬੀ ਜਿਹੜੀ ਹੁੰਦੀ ਹੈ ਨਾ, ਉਹਦੇ 'ਚ ਮੁਸ਼ਾਹਿਦਾ ਬਹੁਤ ਤੇਜ਼ ਹੋ ਜਾਂਦਾ ਹੈ। ਤੇ ਉਹ ਦਰਅਸਲ ਚੰਗੀ ਨਸਲ ਦਾ ਬੱਚਾ ਸੀ। ਉਹਨੇ ਉਸ ਗਰੀਬੀ ਦਾ ਗਲਤ ਫਾਇਦਾ ਨਹੀਂ ਚੁੱਕਿਆ। ਉਹਨੇ ਉਸ ਗਰੀਬੀ ਦੇ ਵਿੱਚੋਂ ਹੀ ਹਾਸੇ ਮਜ਼ਾਕ ਵਾਲੇ ਪਾਸੇ ਆਪਣੀ ਜ਼ਿੰਦਗੀ ਦਾ ਐਕਸੈਂਟ ਦੇਖੋ। ਫੈਸਲਾਬਾਦ ਹੈ ਤੇ ਫੈਸਲਾਬਾਦ ਦਾ, ਗੁਜਰਾਂਵਾਲੇ ਦਾ ਤੇ ਗੁਜਰਾਂਵਾਲੇ ਦਾ, ਕਸੂਰ ਦਾ
ਉੱਥੋਂ ਦਾ ਵੱਖਰਾ ਕਰ ਲਿਆ, ਗੁਜਰਾਤ 'ਚ ਵੱਖਰਾ ਲੈ ਗਿਆ। ਉਹਨੇ ਲਾਹੌਰ ਦੇ ਅੰਦਰ ਵਿੱਚ ਬੜੇ ਬੜੇ ਆਲਾ ਲਾਹੌਰ ਦਾ ਗੁਲਬਰਗ ਦਾ ਵੀ ਤੁਹਾਨੂੰ ਪਤਾ ਸੀ, ਅੰਦਰੋਂ ਲਾਹੌਰ ਅੰਦਰੂਨ ਲਾਹੌਰ 'ਚ ਇੱਕ ਗੱਲ ਸੁਣਨਾ ਸੀ ਵੀ ਬੰਦਾ ਲਾੜਾ ਜਿਹੜਾ ਲੇਟ ਹੋ ਗਿਆ, ਹੁਣ ਅੰਦਰੂਨ ਸ਼ਹਿਰ 'ਚ ਰਸਮਾਂ ਬੜੀਆਂ ਹੁੰਦੀਆਂ, ਹੁਣ ਲਾੜਾ ਆਪਣੀ ਬੀਵੀ ਕੋ ਗਿਆ ਤੇ ਹੁਣ ਟਾਈਮ ਜਿਹੜਾ ਗੁਜ਼ਰ ਗਿਆ ਤੇ ਉਹ ਘੁੰਡ ਚੁੱਕ ਰਿਹਾ ਤੇ ਬੀਵੀ ਸ਼ਰਮਾ ਰਹੀ ਹੈ ਤੇ ਉਹਨੂੰ ਟੈਨਸ਼ਨ 'ਚ ਆ ਗਿਆ। ਉਹ ਕਹਿੰਦਾ ਉਹ ਚੁੱਕ ਲੈ ਉਹਨੂੰ, ਕੀ ਹੋ ਗਿਆ 10 ਵਜੇ ਟਾਈਮ ਦੇ, ਕੀ ਹੋ ਗਿਆ ਛੱਡ ਇਹਨਾਂ ਗੱਲਾਂ ਨੂੰ। ਇਹ ਗਵਰਨਮੈਂਟ ਸਟਾਈਲ ਤੇ ਉਹ ਇਹੋ ਜਿਹੀਆਂ ਇੰਨੀਆਂ ਵੈਰਾਈਟੀਆਂ ਸੁਣਨ ਦੇ ਕੋਲ ਕਿ ਮੈਂ ਕਹਿੰਦਾ ਕਮਾਲ ਹੀ ਕਰ ਸੀ। ਬਸ ਐਸੇ ਹੀ ਉਹਨਾਂ ਦਾ ਜਿਹੜਾ ਖਲਾ ਹੈ ਨਾ ਉਹ ਪੂਰਾ ਨਹੀਂ ਉਹ ਖਲਾ ਮੈਂ ਕਹਿੰਦਾ ਵਾ ਉਹ ਕੋਈ ਬੰਦਾ ਨਵਾਂ ਆ ਹੀ ਨਹੀਂ ਸਕਦਾ ਉਹਦੀ ਜਗ੍ਹਾ। ਕੀ ਵਜ੍ਹਾ ਚਾਚੇ? ਉਹ ਗੱਲ ਇਹ ਵੀ ਮਸ਼ਾਇਦਾ ਨਹੀਂ ਕਰਦੇ। ਅੱਛਾ, ਹੁਣ ਲੋਕੀ ਜਿਹੜੇ ਆਰਟਿਸਟ ਨੇ ਨਾ ਉਹ ਚਾਹੁੰਦੇ ਨੇ ਵੀ ਅਸੀਂ ਅੱਜ ਕੰਮ ਸ਼ੁਰੂ ਕਰੀਏ ਤੇ ਕੱਲ ਅਸੀਂ ਦੁਨੀਆ ਦੇ ਨੰਬਰ 1 ਆਰਟਿਸਟ ਬਣ ਜਾਈਏ। ਇਸ ਤਰ੍ਹਾਂ ਨਹੀਂ ਹੁੰਦਾ। ਅਮਾਨੁੱਲਾ ਉਹ ਯਾਰ ਅੱਜ ਕੱਲ੍ਹ ਕਰੋਨਾ ਜਿਹੜਾ ਇਹ ਵੀ ਬੜਾ ਟੈਨਸ਼ਨ ਚੱਲ ਰਹੀ। ਅਮਾਨੁੱਲਾ ਨੇ ਕੋਈ ਰਾਤੋਂ ਰਾਤ ਹਿੱਟ ਨਹੀਂ ਹੋਇਆ, ਉਹਨੇ ਸਟਰਗਲ ਕੀਤੀ ਹੈ। ਅੱਛਾ, ਉਹਨੇ ਮਿਹਨਤ ਕੀਤੀ ਹੈ, 40 ਸਾਲ ਉਹਨੇ ਆਵਾਮ ਨੂੰ ਹਸਾਇਆ। ਇੱਕ ਮਤਲਬ ਉਹਨੇ ਸਾਰੇ ਉਹ ਮਨਾਜ਼ਰ ਵੇਖੇ ਨੇ, ਉਹਨੇ ਸਾਰੀਆਂ ਸਟਰਗਲ ਵਾਲੇ ਵੀ ਕੰਮ ਵੇਖੇ ਨੇ, ਫਿਰ ਉਹਨੇ 12 ਵੀ ਵੇਖੀਆਂ। ਅੱਲਾ ਨੇ ਮਗਫਰਤ ਕਰੇ ਚਾਚੇ। ਬਿਲਕੁਲ ਬਹੁਤ ਵੱਡੀ ਹਸਤੀ ਸੀ। ਜੀ ਹੁਣ ਤੁਸੀਂ ਮੈਨੂੰ ਹੱਥ ਲਾਇਆ, ਕਿਉਂ ਲਾਇਆ ਤੁਸੀਂ ਮੈਨੂੰ? ਮੈਂ ਕਿਹਾ ਤੈਨੂੰ ਹੱਥ ਲਾਉਣਾ ਕੋਈ ਗਲਤ ਆ ਵੀ ਤੂੰ ਵੇਖ ਗਿਆ ਤੈਨੂੰ ਹੱਥ ਲਾਇਆ। ਅੱਛਾ, ਅਰੇ ਮੈਂ ਪਾਬੰਦੀ ਲਈ ਨਾ, ਉਹ ਬੰਦੇ ਹੋਣਗੇ। ਆਹੋ ਵੀ ਹਕੂਮਤ ਨੇ ਨਵੀਂ ਉਹਨਾਂ ਤੇ ਸਭ ਕੁਝ ਬੰਦ ਕਰਤਾ। ਸ਼ਾਦੀਆਂ ਦੀ ਪਾਬੰਦੀ ਚਾਚੇ ਲਾ ਲਓ ਜੀ, ਸਕੂਲ ਬੰਦ, ਯੂਨੀਵਰਸਿਟੀਆਂ ਬੰਦ, ਸ਼ਾਦੀ ਬੰਦ, ਘਰ ਜਾਣਾ, ਘਰ ਦਾ ਬੁੱਢੀ ਨਾਲ ਇੱਕ ਗੱਲ ਸਹੀ ਹੋਈ ਹੈ। ਅੱਛਾ, ਬੁੱਢੀ ਨਾਲ ਕੋਈ ਗੱਲ ਨਹੀਂ ਕਰਨੀ। ਅੱਛਾ, ਹੁਣ ਅਛਾਰਿਆਂ ਨੂੰ ਕਹਿਣਾ ਬਈ ਇਹਦਾ ਮਤਲਬ ਰੋਟੀ ਲਾਇਆ, ਕੋਈ ਹੋਰ ਗੱਲ ਨਾ ਸਮਝਣਾ। ਅੱਛਾ ਅੱਛਾ, ਹਾਂ, ਔਰ ਰੋਟੀ ਜਿਹੜੀ ਹੈ ਉਹ ਖਾਣੀ ਹੈ, ਰੋਟੀ ਦੇ ਉੱਤੇ ਸ਼ਾਪਿੰਗ ਬੈਗ ਚੜਾ ਕੇ ਖਾਣਾ। ਅੱਛਾ, ਹਾਂਜੀ, ਉਹ ਕਿਵੇਂ ਖਾਓਗੇ? ਬਸ ਬਈ ਕਰੋਨਾ ਫਿਰ ਹੋਰ ਕਿਸ ਤਰ੍ਹਾਂ ਰੋਕੀ ਕਰੋਨੇ। ਪਾਣੀ ਕਿਵੇਂ ਮੰਗੋਗੇ ਚਾਚੀ ਕੋਲੋਂ? ਚਾਚੀ ਕੋਲ ਪਾਣੀ ਕਿਵੇਂ ਮੰਗਾਂਗੇ? ਤਾਂ ਯਾਰ ਇਹ ਤੇ ਇਸ਼ਾਰੇ ਸਾਰੇ ਸਮਝਣੇ ਪੈਣੇ ਨੇ। ਠੀਕ ਹੈ, ਇਹ ਸਾਰੇ ਇਸ਼ਾਰੇ ਨਵੇਂ ਤਾਜ਼ੇ ਬਣਾਉਣੇ ਪੈਣੇ ਨੇ। ਅੱਛਾ, ਜਿਹੜੀ ਇਹਨਾਂ ਨੇ ਪਾਬੰਦੀ ਲਾਤੀ ਸ਼ਾਦੀ ਹਾਲਾਂ ਦੇ ਸਾਰਾ, ਤੇ ਤੁਹਾਡਾ ਹੀ ਖਿਆਲ ਹੈ ਇਹ ਮਹਿਕਮਾ ਬਬੂਦੇਬਾਜ਼ੀ ਵਾਲਿਆਂ ਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਇਹਨਾਂ ਨੂੰ ਨੁਕਸਾਨ ਹੋਏਗਾ। ਕਿਉਂ ਜੀ? ਬਈ ਵੇਖ ਲੈ ਹੁਣ ਹਰ ਬੰਦੇ ਨੇ ਤੇ ਘਰ ਰਹਿਣਾ ਹੈ। ਕਿਉਂਕਿ ਜੇ ਸ਼ਾਦੀਆਂ ਨਹੀਂ ਹੋਣਗੀਆਂ, ਬੱਚੇ ਘੱਟ ਹੋਣਗੇ ਨਾ ਜੀ ਨਾ, ਉਹ ਤੇ ਸ਼ਾਦੀਆਂ ਜਿਹੜੀਆਂ 1 ਸਾਲ ਦੀਆਂ ਲੱਗੀਆਂ ਤੇ ਅੱਗੋਂ ਜਿਹੜਾ ਘਰ ਰਹਿ ਕੇ ਤੇ ਅੱਗੋਂ ਨਵੀਂ ਪਾਉ ਤਿਆਰ ਹੋ ਜਣੀ। ਅਗਲੇ ਸਾਲ ਤੇ ਵੇਖੀ ਹਸਪਤਾਲਾਂ 'ਚ ਥਾਂ ਨਹੀਂ ਮਿਲਦੀ। ਇੰਨੇ ਬੱਚੇ ਪੈਦਾ ਘੰਟੇ ਬਾਅਦ ਤੇ ਬੱਚਾ ਪੈਦਾ ਹੋ ਰਿਹਾ। ਅੱਛਾ, ਤੇ ਹੁਣ ਅੱਗੇ ਕੰਮ ਹੋਰ ਤੇਜ਼ ਹੋ ਗਿਆ। ਤੇ ਜਿਹੜੀ ਉਹ ਕ੍ਰਿਕਟ ਵੀ ਬੰਦ ਹੋ ਗਈ ਯਾਰ, ਹੁਣ ਕੀ ਕਰੀਏ? ਇੱਕ ਅਜ਼ਾਬ ਹੀ ਐਸਾ ਆ ਗਿਆ। ਉਹ ਤੇ ਕਹਿੰਦੇ ਨੇ ਕਿ ਕੋਈ ਗੱਲ ਹੀ ਨਾ ਕਰੋ। ਕ੍ਰਿਕਟ ਵੱਡੇ ਵੱਡੇ ਫੈਸਟੀਵਲ ਜਿਹੜੇ ਨੇ ਉਹ ਰੁਕ ਗਏ ਨੇ। ਲੱਖਾਂ ਰੁਪਏ ਜਿਨ੍ਹਾਂ ਦੇ ਲਾ ਕੇ ਤਿਆਰੀ ਹੋਈ ਸੀ, ਸਾਰਾ ਕੁਝ ਬੰਦ ਹੋ ਗਿਆ। ਇਹ ਕਰੋਨਾ ਨੇ ਸਾਰਿਆਂ ਨੂੰ ਇੱਕ ਘਰ ਦੇ ਵਿੱਚ ਬੰਦ ਕਰਤਾ। ਅੱਛਾ, ਹਾਂਜੀ, ਜਿਹੜੇ ਘਰ 'ਚ ਬੰਦ ਰਹਿ ਕੇ ਮਿਲਣਾ ਵੀ ਕਿਸੇ ਨਾਲ ਨਹੀਂ ਤੁਸੀਂ? ਹੁਣ ਇਹੋ ਤਾਂ ਮਸਲਾ ਕਿ ਘਰ 'ਚ ਵੀ ਰਹਿਣਾ ਤੇ ਇੱਕ ਦੂਜੇ ਨਾਲ ਗੱਲਬਾਤ ਵੀ ਨਹੀਂ ਕਰਨੀ ਹੈ, ਨਾ ਕਿਸੇ ਨਾਲ ਹੱਥ ਮਿਲਾਉਣਾ ਹੈ, ਨਾ ਕੋਈ ਗੱਲ ਕਰਨੀ ਹੈ। ਮਤਲਬ ਇਸ਼ਾਰਿਆਂ ਨਾਲ ਨਹੀਂ ਹੋਣਾ ਸਭ ਕੁਝ। ਇਸ਼ਾਰਿਆਂ ਨਾਲ ਹੋਣਾ। ਇੱਕ ਵੱਖਰੀ ਇਸ਼ਾਰੇਬਾਜ਼ੀ ਸ਼ੁਰੂ ਹੋ ਗਈ। ਬਚਪਨ 'ਚ ਇਹਨਾਂ ਗੱਲਾਂ ਫੈਂਟੀ ਖਾਣੇ ਸਭ ਇਸ਼ਾਰੇ ਕਰਨ ਡਿਆ, ਹੁਣ ਇਹ ਕਰਨੇ ਪੈਣੇ। ਉਹ ਸਾਡੀ ਆਵਾਮ ਨੂੰ ਤਾਂ ਪਹਿਲਾਂ ਬੜਾ ਕੀੜਾ ਸੀ। ਹਾਂਜੀ, ਤੇ ਉਹ ਕੀੜਾ ਤੇ ਕਿਸੇ ਨਾ ਕਿਸੇ ਤਰ੍ਹਾਂ ਨਿਕਲ ਜਾਂਦਾ ਸੀ ਤੇ ਇਸ ਕੀੜੇ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਨਿਕਲਣਾ ਕਿ ਨਹੀਂ ਨਿਕਲਣਾ। ਆਹੋ, ਉਤੋਂ ਸਾਡੀ ਹਕੂਮਤ ਕੋ 1 ਰੁਪਏ ਦੀ ਤਿਆਰੀ ਨਹੀਂ ਕਿ ਖੁਦਾ ਨਾ ਖਾਸਤਾ ਜੇ ਕੋਈ ਕੰਮ ਹੋ ਜਾਏ ਤੇ ਇਹਨੂੰ ਕਿਸ ਤਰ੍ਹਾਂ ਡੱਕਣਾ ਹੈ। ਅੱਛਾ ਚਾਚਾ ਜੀ, ਅੱਜ ਦੇ ਪ੍ਰੋਗਰਾਮ 'ਚ ਬੜੀਆਂ ਅਸੀਂ ਅੱਛੀਆਂ ਗੱਲਾਂ ਕੀਤੀਆਂ ਨੇ, ਕਰੋਨਾ ਤੇ ਵੀ ਕੀਤੀਆਂ ਨੇ, ਮਾਨੂਲਾ ਸਾਹਿਬ ਤੇ ਕੀਤੀਆਂ ਨੇ। ਕੋਈ ਮਾਨੂਲਾ ਸਾਹਿਬ ਦੀ ਕੋਈ ਇੱਕ ਛੋਟੀ ਜੁਗਤ ਕਰਕੇ ਤੇ ਅਸੀਂ ਪ੍ਰੋਗਰਾਮ ਦਾ ਖਾਤਮਾ ਕਰੀਏ। ਯਾਰ, ਅਮਾਨੁੱਲਾ ਸਾਹਿਬ ਜਿਹੜੇ ਨੇ ਨਾ, ਉਹ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹਨਾਂ ਦੀ ਕੋਈ ਇੱਕ ਗੱਲ ਨਹੀਂ, ਉਹਨਾਂ ਦੀਆਂ ਕਈ ਗੱਲਾਂ ਨੇ। ਹੁਣ ਉਹ ਇੱਕ ਡਰਾਮੇ 'ਚ ਮਸਤਾਨੇ ਨੂੰ ਧੋ ਰਹੇ ਨੇ ਬੜਾ। ਅੱਛਾ, ਠੀਕ ਹੈ ਜੀ। ਤੇ ਮਸਤਾਨਾ ਵਾ, ਉਹਨੂੰ ਕਿਸੇ ਸਮਝ ਨਹੀਂ ਆ ਰਹੀ। ਮਸਤਾਨਾ ਜਾਨ ਛਡਾਉਣ ਲਈ ਨਾ ਬਾਹਰ ਨੂੰ ਨਿਕਲ ਲੱਗਾ ਤੇ ਕਹਿੰਦਾ ਫਿੱਟੇ ਮੂੰਹ ਤੇਰਾ ਤੇ ਮੈਂ ਤੇਰੇ ਘਰ ਵੀ ਕਹਿ ਦਿਆਂਗਾ। ਅਮਾਨੁੱਲਾ ਕਹਿੰਦਾ ਇਹਨੂੰ ਯਾਦ ਰਹਿਣਾ ਨਹੀਂ, ਐਵੇਂ ਕਹਿ ਛੱਡਦਾ। ਅੱਛਾ ਨਾਜ਼ਰੀਨ, ਸਾਨੂੰ ਅੱਜ ਦੇ ਪ੍ਰੋਗਰਾਮ ਤੋਂ ਇਜਾਜ਼ਤ ਦਿਓ। ਫਿਰ ਅਗਲੀ ਦਫਾ ਇਨਸ਼ਾਅੱਲਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਰੱਬ ਰੱਖਾ। ਰੱਬ ਰੱਖਾ।